ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਜੋ ਵਿਚਾਰ ਕਰਨੀ ਹੈ ਕਿ ਜਦੋਂ ਮਨੁੱਖ ਦਾ ਸਵਾਸਾਂ ਦਾ ਧਨ ਪੂਰਾ ਹੁੰਦਾ ਹੈ ਤੇ ਜੀਵ ਆਤਮਾ ਨੂੰ ਜਦੋਂ ਉਸ ਦਰਗਾਹ ਦੇ ਵਿੱਚ ਪੇਸ਼ੀ ਵਾਸਤੇ ਲਿਜਾਇਆ ਜਾਂਦਾ ਹੈ, ਲਿਜਾਣ ਤੋਂ ਪਹਿਲੇ ਕੀ ਜੀਵ ਆਤਮਾ ਨਾਲ ਵਿਚਾਰ ਵਟਾਂਦਰੇ ਹੁੰਦੇ ਹਨ। ਕਿਸ ਤਰ੍ਹਾਂ ਉਹਨੂੰ ਇਹ ਯਾਦ ਕਰਾਇਆ ਜਾਂਦਾ ਹੈ ਕਿ ਤੈਨੂੰ ਜਦੋਂ ਮਾਤ ਲੋਕ ਤੇ ਪ੍ਰਮਾਤਮਾ ਨੇ ਭੇਜਿਆ ਸੀ ਤੇ ਕੀ ਕਹਿ ਕੇ ਭੇਜਿਆ ਸੀ, ਤੇ ਤੂੰ ਇਸ ਮਾਤ ਲੋਕ ਦੇ ਵਿੱਚ ਕੀ ਕੀ ਕਰਮ ਕੀਤੇ ਹਨ। ਫਿਰ ਉਸ ਕਚਹਿਰੀ ਜਦੋਂ ਲੱਗਦੀ ਹੈ, ਜੀਵ ਆਤਮਾ ਦੀ ਪੇਸ਼ੀ ਹੁੰਦੀ ਹੈ ਤੇ ਉਸ ਕਚਹਿਰੀ ਦੇ ਵਿੱਚ ਜੀਵ ਆਤਮਾ ਨਾਲ ਕੀ ਸਵਾਲ ਜਵਾਬ ਹੁੰਦੇ ਹਨ। ਉੱਥੇ ਕਿਸ ਤਰ੍ਹਾਂ ਸੁਚਿਆਰ ਅਤੇ ਕੁੜਿਆਰ ਦੀ ਜੋ ਹੈ ਉਹ ਪਰਖ ਕੀਤੀ ਜਾਂਦੀ ਹੈ। ਜੋ ਸੁਚਿਆਰ ਹੁੰਦੇ ਹਨ, ਕਿਸ ਤਰ੍ਹਾਂ ਉਹਨਾਂ ਨੂੰ ਸੋਭਾ ਪ੍ਰਾਪਤ ਹੁੰਦੀ ਹੈ ਤੇ ਕੁੜਿਆਰਾਂ ਨਾਲ ਕੀ ਹੁੰਦਾ ਹੈ, ਤੇ ਕਿਸ ਤਰ੍ਹਾਂ ਗੁਰਬਾਣੀ ਦੇ ਦੱਸੇ ਰਾਹ ਤੇ ਚੱਲ ਕੇ ਆਪਾਂ ਇਹ ਜੋ ਲੇਖਾ ਆਪਾਂ ਨੂੰ ਦੇਣਾ ਪੈਣਾ ਹੈ ਆਦੇ ਸਵਾਸਾਂ ਦੇ ਧਨ ਦਾ, ਉਹ ਕਿਸ ਤਰ੍ਹਾਂ ਆਪਾਂ ਆਸਾਨੀ ਨਾਲ ਜਦੋਂ ਆਪਣੇ ਤੇ ਕੇਸ ਚੱਲਣਾ ਹੈ, ਉਸ ਮਾਲਕ ਦੀ ਦਰਗਾਹ ਦੇ ਵਿੱਚ ਕਿਸ ਤਰ੍ਹਾਂ ਆਪਾਂ ਛੁੱਟ ਸਕਨੇ ਹਾਂ। ਇਹੀ ਥੋੜਾ ਜਿਹਾ ਡੂੰਘਾ ਵਿਸ਼ਾ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਸੂਹੀ ਰਾਗ ਦੇ ਵਿੱਚ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਅਮਲ ਸਿਰਾਣੋ ਲੇਖਾ ਦੇਣਾ ਆਏ, ਕਠਿਨ ਦੂਤ ਜਮ ਲੈਣਾ। ਕਿ ਉਹ ਕਰੜੇ ਹਿਰਦੇ ਵਾਲੇ ਜੋ ਦੂਤ ਹਨ, ਮੌਤ ਦੇ ਫਰਿਸ਼ਤੇ ਹਨ, ਉਹ ਆ ਗਏ ਹਨ ਤੇ ਜੀਵ ਆਤਮਾ ਨੂੰ ਕਿਹਾ ਜਾਂਦਾ ਹੈ ਵੀ ਹੁਣ ਤੂੰ ਛੇਤੀ ਕਰ, ਤੇਰਾ ਜੋ ਸਮਾਂ ਸੀ ਉਹ ਪੂਰਾ ਹੋ ਗਿਆ ਹੈ। ਹੁਣ ਉਸ ਮਾਲਕ ਦੀ ਦਰਗਾਹ ਦੇ ਵਿੱਚ ਤੇਰਾ ਲੇਖਾ ਜੋਖਾ ਹੋਣਾ ਹੈ। ਹੁਣ ਤੈਨੂੰ ਹੋਰ ਬਿਲਕੁਲ ਵੀ ਸਮਾਂ ਨਹੀਂ ਦਿੱਤਾ ਜਾਣਾ। ਉਹ ਦੂਤ ਹੁਕਮ ਪਾ ਕੇ ਮਾਲਕ ਦਾ ਇਸ ਜੀਵ ਆਤਮਾ ਨੂੰ ਲੈਣ ਆਉਂਦੇ ਹਨ। ਅਮਲ ਸਿਰਾਣੋ ਲੇਖਾ ਦੇਣਾ ਆਏ, ਕਠਿਨ ਦੂਤ ਜਮ ਲੈਣਾ। ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਕਿ ਜਦੋਂ ਤੈਨੂੰ ਮਾਤਲੋਕ ਦੇ ਵਿੱਚ ਭੇਜਿਆ ਗਿਆ ਸੀ, ਉਦੋਂ ਪ੍ਰਮਾਤਮਾ ਨੇ ਆਖਿਆ ਸੀ ਕਿ ਤੂੰ ਮਾਤਲੋਕ ਦੇ ਵਿੱਚ ਜਾ ਕੇ ਕੀ ਕਰਨਾ ਹੈ। ਆਪਾਂ ਅਕਸਰ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਤੈਨੂੰ ਇਸ ਮਾਤਲੋਕ ਤੇ ਉਸ ਪ੍ਰਮਾਤਮਾ ਨਾਲ ਮਿਲਾਪ ਵਾਸਤੇ ਭੇਜਿਆ ਹੈ, ਪਰ ਤੂੰ ਇਸ ਮਾਤਲੋਕ ਦੇ ਵਿੱਚ ਆ ਕੇ ਮਾਇਆ ਦੇ ਪ੍ਰਭਾਵ ਦੇ ਅਧੀਨ ਹੋ ਕੇ ਆਦੇ ਪਿਤਾ ਨੂੰ, ਉਸ ਪ੍ਰਮਾਤਮਾ ਪਰਮੇਸ਼ਰ ਨੂੰ ਭੁੱਲ ਗਿਆ ਹੈ। ਤਾਂ ਹੁਣ ਤੇਰਾ ਹਿਸਾਬ ਹੋਣਾ ਹੈ। ਕਿਆ ਤੈ ਖੱਟਿਆ, ਕਿ ਤੂੰ ਇਸ ਮਾਤਲੋਕ ਦੇ ਵਿੱਚ ਆ ਕੇ ਕੀ ਖੱਟਿਆ ਹੈ ਤੇ ਕਿੱਥੇ ਤੂੰ ਸਵਾਸਾਂ ਦਾ ਧਨ ਜੋ ਹੈ ਉਹ ਗਵਾਇਆ ਹੈ। ਇਹ ਸਾਰਾ ਹੁਣ ਤੇਰਾ ਲੇਖਾ ਹੋਣਾ ਹੈ। ਚਲੋ ਸਿਤਾਬ ਦੀਵਾਨ ਬੁਲਾਇਆ, ਕਿ ਹੁਣ ਤੂੰ ਛੇਤੀ ਕਰ, ਤੈਨੂੰ ਫਰਮਾਨ ਆ ਗਿਆ ਹੈ। ਉਸ ਦੀਵਾਨ ਦੇ ਵਿੱਚ ਤੇਰੀ ਪੇਸ਼ੀ ਹੋਣੀ ਹੈ। ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ। ਕਿ ਜਿਸ ਤਰ੍ਹਾਂ ਵੀ ਹੈ, ਹੁਣ ਇਸੇ ਤਰ੍ਹਾਂ ਕੋਈ ਤਿਆਰ ਹੋਣ ਦਾ ਸਮਾਂ ਨਹੀਂ ਦਿੱਤਾ ਜਾਣਾ ਤੇ ਵੀ ਉਸ ਦੀਵਾਨ ਦੇ ਵਿੱਚ ਤੇਰੀ ਪੇਸ਼ੀ ਹੋਣੀ ਹੈ। ਹਰ ਫਰਮਾਨ ਦਰਗਹਿ ਕਾ ਆਇਆ, ਪਰਮਾਤਮਾ ਦੇ ਦਰ ਤੋਂ ਤੇਰੇ ਵਾਸਤੇ ਹੁਣ ਫਰਮਾਨ ਆ ਗਿਆ ਹੈ। ਇਹ ਸਨੇਹ ਦੇ ਕੇ ਜੀਵ ਆਤਮਾ ਨੂੰ ਉਸ ਦਰਗਾਹ ਦੇ ਵਿੱਚ ਲਿਜਾਇਆ ਜਾਂਦਾ ਹੈ। ਤੇ ਹੁਣ ਆਪਾਂ ਦੇਖਦੇ ਹਾਂ ਕਿ ਉਸ ਦਰਗਾਹ ਦਾ ਸੀਨ, ਉਸ ਦਰਗਾਹ ਦਾ ਦ੍ਰਿਸ਼ ਕਿਸ ਤਰ੍ਹਾਂ ਦਾ ਹੈ, ਕਿਸ ਤਰ੍ਹਾਂ ਉੱਥੇ ਕੇਸ ਚੱਲਦੇ ਹਨ, ਕਿਸ ਤਰ੍ਹਾਂ ਸਵਾਲ ਜਵਾਬ ਹੁੰਦੇ ਹਨ ਜੀਵ ਆਤਮਾ ਨਾਲ। ਆਸਾ ਰਾਗ ਦੇ ਵਿੱਚ ਆਪਾਂ ਅਕਸਰ ਸ਼ਬਦ ਸਰਵਣ ਕਰਨੇ ਹਾਂ। ਗੁਰਬਾਣੀ ਫਰਮਾਉਂਦੀ ਹੈ, ਨਾਨਕ ਜੀ ਉਪਾਇ ਕੈ ਲਿਖ ਨਾਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਨ ਵੱਖ ਕੱਢੇ ਜਜਮਾਲਿਆ। ਗੁਰੂ ਪਾਤਸ਼ਾਹ ਜੀ ਆਪਾਂ ਨੂੰ ਉਪਦੇਸ਼ ਦਿੰਦੇ ਹਨ ਕਿ ਜਦੋਂ ਇਸ ਮਾਤ ਲੋਕ ਦੇ ਵਿੱਚ ਮਨੁੱਖ ਨੂੰ ਭੇਜਿਆ ਗਿਆ ਤਾਂ ਉਸ ਦੇ ਕਰਮਾਂ ਦਾ ਹਿਸਾਬ ਕਿਤਾਬ ਕਰਨ ਵਾਸਤੇ ਵੀ ਨਾਲ ਦੀ ਨਾਲ ਹੀ ਪ੍ਰਬੰਧ ਕਰ ਦਿੱਤਾ ਗਿਆ। ਮਨੁੱਖ ਦਾ ਇੱਕ ਇੱਕ ਸਵਾਸ ਕਿੱਥੇ ਖਰਚ ਹੋ ਰਿਹਾ ਹੈ, ਉਹ ਸਾਰਾ ਹਿਸਾਬ ਕਿਤਾਬ ਨਾਲ ਦੀ ਨਾਲ ਹੋ ਜਾਂਦਾ ਹੈ। ਆਪਾਂ ਫੁਰਨਿਆਂ ਦੇ ਵਿੱਚ ਵੀ ਜੇ ਮਾੜਾ ਜਾਂ ਚੰਗਾ ਸੋਚਨੇ ਹਾਂ, ਉਸ ਸਵਾਸਾਂ ਦਾ ਜੋ ਉਸ ਸਮੇਂ ਆਪਾਂ ਸਵਾਸ ਲੈਂਦੇ ਹਾਂ, ਉਹ ਕਿੱਥੇ ਲੇਖੇ ਵਿੱਚ ਲੱਗਣੇ ਹਨ, ਉਹ ਨਾਲ ਦੀ ਨਾਲ ਹੀ ਹਿਸਾਬ ਹੋ ਜਾਂਦਾ ਹੈ। ਨਾਨਕ ਜੀ ਉਪਾਇ ਕੈ ਲਿਖ ਨਾਵੈ ਧਰਮ ਬਹਾਲਿਆ। ਫਿਰ ਹੁਣ ਉਹ ਦਰਗਾਹ ਦੇ ਵਿੱਚ ਜੀਵ ਆਤਮਾ ਨੂੰ ਕੀ ਦੱਸਿਆ ਜਾਂਦਾ ਹੈ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਨ ਵੱਖ ਕੱਢੇ ਜਜਮਾਲਿਆ। ਉੱਥੇ ਸੱਚ ਨੂੰ ਹੀ ਸੱਚ ਕਿਹਾ ਜਾਂਦਾ ਹੈ। ਜਿਵੇਂ ਦੁਨਿਆਵੀ ਕਚਹਿਰੀਆਂ ਦੇ ਵਿੱਚ ਤਾਂ ਝੂਠ ਨੂੰ ਵੀ ਸੱਚ ਸਾਬਤ ਕਰ ਦਿੱਤਾ ਜਾਂਦਾ ਹੈ, ਪਰ ਉਹ ਦਰਗਾਹ ਦੇ ਵਿੱਚ ਜੋ ਚੀਜ਼ ਸੱਚ ਹੈ ਉਸ ਨੂੰ ਸੱਚ ਆਖਿਆ ਜਾਂਦਾ ਹੈ। ਉੱਥੇ ਸੱਚੇ ਹੀ ਸੱਚ ਨਿਬੜੈ,
ਚੁਣ ਵੱਖ ਕੱਢੇ ਜੱਜ ਮਾਲਿਆ। ਤੇ ਜੋ ਝੂਠ ਹੁੰਦਾ ਹੈ ਉਸ ਨੂੰ ਅੱਡ ਕਰ ਦਿੱਤਾ ਜਾਂਦਾ ਹੈ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲਾ ਦੁੱਜਕ ਚਾਲਿਆ। ਜਿਹੜੇ ਝੂਠੇ ਮਨੁੱਖ ਹੁੰਦੇ ਹਨ, ਜਿਨ੍ਹਾਂ ਨੇ ਸਵਾਸਾਂ ਦੇ ਧਨ ਨੂੰ ਅਜਾਈਂ ਵਿਅਰਥ ਕਰ ਦਿੱਤਾ ਹੈ, ਉੱਥੇ ਫਿਰ ਉਹਨਾਂ ਜੀਵ ਆਤਮਾਵਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਹਨ ਤੇ ਉਹਨਾਂ ਨੂੰ ਨਰਕ ਵਰਗੀਆਂ ਘੋਰ ਸਜ਼ਾਵਾਂ ਜੋ ਹਨ ਉਹ ਦਿੱਤੀਆਂ ਜਾਂਦੀਆਂ ਹਨ। ਜੇ ਆਪਾਂ ਇਸ ਨੂੰ ਕੇਵਲ ਇਹ ਨਹੀਂ ਕਿ ਵੀ ਇਹ ਮੌਤ ਤੋਂ ਬਾਅਦ ਹੀ ਜੀਵ ਆਤਮਾ ਨਾਲ ਹੋਣਾ ਹੈ, ਇਹ ਆਪਣੇ ਨਾਲ ਨਿੱਤ ਹੀ ਹੁੰਦਾ ਹੈ। ਜੇ ਆਪਾਂ ਵਿਸ਼ੇ ਵਿਕਾਰਾਂ ਦੇ ਵਿੱਚ ਸਵਾਸਾਂ ਦਾ ਧਨ ਅਜਾਈਂ ਖਰਚ ਕਰਦੇ ਆ ਰਹੇ ਹਾਂ, ਕਦੇ ਕਾਮ ਦੇ ਰੂਪ ਦੇ ਵਿੱਚ, ਕਦੇ ਕ੍ਰੋਧ ਦੇ, ਲੋਭ, ਮੋਹ, ਅਹੰਕਾਰ ਦੇ ਰੂਪ ਦੇ ਵਿੱਚ, ਦੂਤ ਜੋ ਹਨ ਆਪਣਾ ਇਹ ਜੀਵਨ ਹੀ ਨਰਕ ਬਣਾ ਦਿੰਦੇ ਹਨ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲਾ ਦੁੱਜਕ ਚਾਲਿਆ। ਅੱਗੇ ਗੁਰਬਾਣੀ ਫਰਮਾਉਂਦੀ ਹੈ, ਤੇਰੇ ਨਾਇਰ ਤੇ ਸੇ ਜਿਨ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾਲਿਆ। ਕਿ ਜਿਹੜੇ ਜੀਵ ਆਤਮਾਵਾਂ ਇਸ ਮਾਤ ਲੋਕ ਦੇ ਸੰਸਾਰ ਦੇ ਵਿੱਚ ਤੇਰੇ ਨਾਮ ਦੇ ਨਾਲ ਜੁੜੇ ਰਹਿੰਦੇ ਹਨ, ਉਹ ਉਸ ਦਰਗਾਹ ਦੇ ਵਿੱਚ ਵੀ ਜਿੱਤ ਪ੍ਰਾਪਤ ਕਰਦੇ ਹਨ ਤੇ ਰੋਜ਼ਾਨਾ ਦੇ ਜੀਵਨ ਦੇ ਵਿੱਚ ਵੀ ਵਕਾਰਾਂ ਦੇ ਉੱਤੇ ਜਿੱਤ ਪ੍ਰਾਪਤ ਕਰਦੇ ਹਨ। ਤੇਰੇ ਨਾਇਰ ਤੇ ਸੇ ਜਿਨ ਗਏ, ਹਾਰ ਗਏ ਸੇ ਠੱਗਣ ਵਾਲਿਆ। ਕਿ ਜੋ ਮਨੁੱਖ ਵਿਸ਼ੇ ਵਕਾਰਾਂ ਦੇ ਵਿਸ਼ਵਾਸਾਂ ਦਾ ਧਨ ਖਰਚ ਕਰਦੇ ਹਨ, ਉਹਨਾਂ ਦੀ ਉਸ ਦਰਗਾਹ ਦੇ ਵਿੱਚ ਵੀ ਹਾਰ ਹੁੰਦੀ ਹੈ ਤੇ ਰੋਜ਼ਾਨਾ ਉਹ ਵਕਾਰਾਂ ਤੋਂ ਵੀ ਹਾਰ ਜਾਂਦੇ ਹਨ। ਲਿਖ ਨਾਵੈ ਧਰਮ ਬਹਾਲਿਆ। ਕਿ ਤੇਰਾ ਜੋ ਵੀ ਸਵਾਸਾਂ ਦਾ ਧਨ ਜੋ ਹੈ ਉਹ ਕਿੱਥੇ ਖਰਚ ਕਰਨਾ ਹੈ, ਇਹ ਸਾਰਾ ਹਿਸਾਬ ਕਿਤਾਬ ਕਰਨ ਦਾ ਪ੍ਰਬੰਧ ਉਸ ਮਾਲਕ ਨੇ, ਜਿਵੇਂ ਹੀ ਤੈਨੂੰ ਮਾਤਾ ਦੇ ਗਰਭ ਦੇ ਵਿੱਚ ਭੇਜਿਆ ਹੈ, ਉਹ ਪ੍ਰਬੰਧ ਉਸ ਅਕਾਲ ਪੁਰਖ ਨੇ ਕਰ ਦਿੱਤਾ ਹੈ। ਹੁਣ ਕਿਸ ਤਰ੍ਹਾਂ ਆਪਾਂ ਉਹ ਦਰਗਾਹ ਦੇ ਵਿੱਚ ਵੀ ਤੇ ਇਸ ਸੰਸਾਰ ਦੇ ਵਿੱਚ ਵੀ ਆਦਾ ਹਿਸਾਬ ਕਿਤਾਬ ਸੌਖਾ ਬਣਾ ਸਕਨੇ ਹਾਂ ਕਿ ਆਪਣੀ ਜਿੱਤ ਪ੍ਰਾਪਤ ਹੋਵੇ। ਭਗਤ ਕਬੀਰ ਸਾਹਿਬ ਜੀ ਦਾ ਸ਼ਲੋਕ ਹੈ, ਜੋ ਆਪਾਂ ਸ਼ਲੋਕ ਭਗਤ ਕਬੀਰ ਜੀ ਕੇ ਪੜ੍ਹਨੇ ਹਾਂ। ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਬੀਰ ਲੇਖਾ ਦੇਣਾ ਸੁਹਿਲਾ, ਜੋ ਦਿਲ ਸੂਚੀ ਹੋਏ, ਉਸ ਸਾਚੈ ਦੀ ਬਾਣ ਮਹਿ, ਪੱਲਾ ਨਾ ਪਕੜੇ ਕੋਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਉਸ ਮਾਲਕ ਦੀ ਦਰਗਾਹ ਦੇ ਵਿੱਚ ਵੀ ਤੇ ਇਸ ਸੰਸਾਰ ਦੇ ਵਿੱਚ ਵੀ ਤੇਰਾ ਲੇਖਾ, ਜੋ ਸਵਾਸਾਂ ਦਾ ਧਨ ਜੋ ਹੈ, ਇਹ ਹਿਸਾਬ ਕਿਤਾਬ ਦੇਣਾ ਸੌਖਾ ਹੋ ਜਾਵੇਗਾ ਜੇ ਤੂੰ ਸੱਚੇ ਦਿਲ ਨਾਲ ਉਸ ਪਰਮਾਤਮਾ, ਵਿਖਾਵੇ ਵਾਸਤੇ ਨਹੀਂ, ਸੱਚੇ ਦਿਲ ਨਾਲ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੇਗਾ। ਕਿਉਂਕਿ ਉਸ ਮਾਲਕ ਦੇ ਦਰਗਾਹ ਦੇ ਵਿੱਚ ਕੇਵਲ ਨਾਮ ਰੂਪੀ ਧਨ ਤੋਂ ਇਲਾਵਾ ਹੋਰ ਕਿਸੇ ਨੇ ਤੇਰੀ ਬਾਹ ਨਹੀਂ ਫੜਨੀ। ਉਹ ਸੱਚੇ ਦੀਵਾਨ ਮੈਂ, ਪੱਲਾ ਨਾ ਪਕੜੈ ਕੋਏ। ਕਿ ਉਸ ਸੱਚੇ ਪਰਮਾਤਮਾ ਦੇ ਦੀਵਾਨ ਦੇ ਵਿੱਚ, ਉਸ ਦੇ ਦਰਗਾਹ ਦੇ ਵਿੱਚ ਨਾਮ ਤੋਂ ਇਲਾਵਾ ਕਿਸੇ ਨੇ ਤੇਰਾ ਸਹਾਈ ਨਹੀਂ ਹੋਣਾ ਹੈ। ਤਾਂ ਹੀ ਆਪਾਂ ਬਾਣੀ ਫਰਮਾਉਂਦੀ ਹੈ, ਬਾਣੀ ਦਾ ਸ਼ਬਦ ਹੈ ਕਿ ਕਿਸ ਤਰ੍ਹਾਂ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਉਸ ਪ੍ਰਮਾਤਮਾ ਦੇ ਨਾਲ ਜੁੜਨਾ ਹੈ। ਬਾਣੀ ਦਾ ਸ਼ਬਦ ਆਪਾਂ ਅਕਸਰ ਸਰਵਣ ਕਰਨੇ ਹਾਂ, ਸਤਿਗੁਰੂ ਕੀ ਸਰਨਾਈ ਭਜ ਪਾਓ ਮੇਰੇ ਮਨਾ। ਕਿ हे ਮੇਰੇ ਮਨ, ਸਤਿਗੁਰੂ ਦੀ ਸ਼ਰਨ ਦੇ ਵਿੱਚ ਭੱਜ ਕੇ ਪੈ ਜਾ, ਜ਼ਿਆਦਾ ਸਮਾਂ ਨਾ ਲਾ। ਸਤਿਗੁਰੂ ਕੀ ਸਰਨਾਈ, ਸਤਿਗੁਰੂ ਦੀ ਸ਼ਰਨ ਦੇ ਵਿੱਚ, ਸੱਚੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਭੱਜ ਕੇ ਪੈ ਜਾ। ਕੇਵਲ ਗੁਰੂ ਹੀ ਹੈ ਜੋ ਤੇਰਾ ਲੇਖਾ ਜੋਖਾ ਹੈ, ਤੈਨੂੰ ਉਸ ਤੋਂ ਛੁਡਾ ਸਕਦਾ ਹੈ, ਤੇਰੀ ਬੰਦ ਖਲਾਸੀ ਕਰ ਸਕਦਾ ਹੈ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਅੱਜ ਆਪਾਂ ਇਹ ਵਿਚਾਰਿਆ ਹੈ ਕਿ ਕਿਸ ਤਰ੍ਹਾਂ ਜੀਵ ਆਤਮਾ ਜਦੋਂ ਇਸ ਸੰਸਾਰ ਤੋਂ ਜਾਂਦੀ ਹੈ ਤੇ ਕਿਸ ਤਰ੍ਹਾਂ ਉਸ ਨੂੰ ਪਹਿਲਾਂ ਉਹ ਪਰਮਾਤਮਾ ਦਾ ਸੁਨੇਹਾ ਦਿੱਤਾ ਜਾਂਦਾ ਹੈ, ਫਿਰ ਉਹ ਧੁਰ ਦਰਗਾਹ ਦੇ ਵਿੱਚ ਕਿਵੇਂ ਉਸ ਦੀ ਪੇਸ਼ੀ ਹੁੰਦੀ ਹੈ, ਉੱਥੇ ਕੀ ਸਵਾਲ ਜਵਾਬ ਕੀਤੇ ਜਾਂਦੇ ਹਨ ਤੇ ਕਿਸ ਤਰ੍ਹਾਂ ਆਪਾਂ ਆਦਾ ਜੋ ਲੇਖਾ ਹੈ ਉਹ ਸੁਹਿਲਾ ਬਣਾ ਸਕਨੇ ਹਾਂ ਜੇ ਆਪਾਂ ਸੱਚੇ ਦਿਲ ਨਾਲ ਉਸ ਪਰਮਾਤਮਾ ਦੀ ਰਾਹ ਤੇ ਤੁਰੀਏ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਰਲ ਮਿਲ ਕੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।